हाँ जी प्यारे साथियों, गुड ईवनिंग। क्योंकि ਜਿਹੜਾ ਆਪਣਾ ਪਾਰਟ 2 ਹੈਗਾ ਵਾ ਡੇ 2 ਜਿਹੜਾ ਆਪਣਾ ਹਿਸਟਰੀ ਦੀ ਕਲਾਸ ਦਾ, ਇਹ ਮੈਂ ਸ਼ਾਮ ਦੇ ਟਾਈਮ ਤੇ ਰਿਕਾਰਡ ਕਰਕੇ ਤੁਹਾਨੂੰ ਅਪਲੋਡ ਕੀਤੀ ਸੀ ਕਲਾਸ। ਠੀਕ ਆ, ਕਿਉਂ ਸ਼ਾਮ ਦੇ ਟਾਈਮ ਤੇ ਮੈਂ ਰਿਕਾਰਡ ਕਰ ਰਹੀ ਸੀ। ਠੀਕ ਆ, ਤੇ ਠੰਡ ਕਾਫੀ ਹੈਗੀ ਆ, ਹੋ ਗਈ ਆ। ਤੁਸੀਂ ਆਪਣੇ ਆਪ ਦਾ ਧਿਆਨ ਰੱਖੋ, ਠੀਕ ਆ, ਤੇ ਪੜ੍ਹਦੇ ਰਹੋ। ਠੀਕ ਆ, ਤੇ ਆਪਾਂ ਕੀ ਕਰਦੇ ਪਏ ਸੀ, ਪਹਿਲੇ ਚੈਪਟਰ ਦੀ ਆਪਾਂ ਕਰਦੇ ਪਏ ਸੀ। ਆਪਾਂ ਇੱਕ ਤਾਂ ਆਪਾਂ ਕਰ ਲਿਆ ਸੀਗਾ ਨਕਸ਼ਿਆਂ ਦੇ ਬਾਰੇ, ਵੀ ਨਕਸ਼ਿਆਂ ਦਾ ਇਤਿਹਾਸ ਜੋ ਵੀ ਉਹਨਾਂ ਨੇ ਦਿੱਤਾ, ਕਿਉਂਕਿ 7ਵੀਂ ਕਲਾਸ ਦੀ ਆਪਾਂ NCERT ਦੀ ਹਿਸਟਰੀ ਕਰਦੇ ਪਏ ਆ। ਠੀਕ ਆ, ਤੇ ਉਹਦੇ ਵਿੱਚ ਆਪਾਂ ਉਹਦਾ ਉਸੇ ਹੀ ਪਾਠ ਦਾ ਅਗਲਾ ਭਾਗ ਆਪਣਾ ਹੈਗਾ ਹੀ ਨਵੀਂ ਅਤੇ ਪੁਰਾਣੀ ਸ਼ਬਦਾਵਲੀ, ਜਿਹਦੇ ਵਿੱਚ ਆਪਾਂ ਕੀਤਾ ਵੀ ਜਿਹੜਾ ਹੈਗਾ ਵਾ ਹਿੰਦੁਸਤਾਨ ਸ਼ਬਦ ਦੀ ਵਰਤੋਂ ਪਹਿਲੇ ਕਿਹਨੇ ਕੀਤੀ, ਕਦੋਂ ਕੀਤੀ। ਠੀਕ ਆ, ਬਾਬਰ ਨੇ ਕਦੋਂ ਕੀਤੀ, ਇਹ ਸਾਰਾ ਆਪਾਂ ਕਰ ਚੁੱਕੇ। ਇਹਦਾ ਹੀ ਥੋੜਾ ਜਿਹਾ ਪਾर्ट ਰਹਿੰਦਾ ਸੀ। ਗੱਲ ਆਉਂਦੀ ਆ, देखो ਆਪਾਂ पढ़ते हैं, किसी भी शब्द का प्रयोग करने में इतिहासकारों को बहुत सावधान रहना चाहिए, क्योंकि अतीत में उन शब्दों के कुछ अलग ही अर्थ होते हैं। उदाहरण के लिए विदेशी जैसा सीधा साधा शब्द ही ले लीजिए। हमारे लिए आज इसका अर्थ होता है ऐसा व्यक्ति जो भारतीय ना हो। विदेशी शब्द ਆਪਾਂ ਕਿਹਦੇ ਲਈ ਵਰਤਦੇ ਆ, ਜਿਹੜਾ ਭਾਰਤ ਦਾ ਨਾ ਹੋਵੇ, ਜਿਹੜਾ ਕੋਈ ਕਿਸੇ ਹੋਰ ਕੰਟਰੀ ਤੋਂ ਬਿਲੋਂਗ ਕਰਦਾ ਹੋਵੇ। ਠੀਕ ਹੈ, ਦੇਖੋ ਮੈਂ ਪੰਜਾਬੀ ਦੇ ਵਿੱਚ ਤੁਹਾਨੂੰ ਸਮਝਾਉਣੀ ਆ। ਸ਼ਬਦਾਂ ਨੂੰ ਵਰਤਣ ਸਮੇਂ ਇਤਿਹਾਸਕਾਰਾਂ ਨੂੰ ਸਾਵਧਾਨੀ ਪੂਰਵਕ ਰਹਿਣਾ ਚਾਹੀਦਾ ਹੈ। ਉਦਾਹਰਨ ਵਜੋਂ ਵਿਦੇਸ਼ੀ ਸ਼ਬਦ ਜਿਸ ਨੂੰ ਅਸੀਂ ਭਾਰਤ ਤੋਂ ਬਾਹਰਲੇ ਵਿਅਕਤੀ ਵਜੋਂ ਵਰਤਦੇ ਹਾਂ। ਠੀਕ ਹੈ, ਪਰ ਮੱਧ ਯੁੱਗ ਵਿੱਚ ਵਿਦੇਸ਼ੀ ਸ਼ਬਦ ਪਿੰਡ ਤੋਂ ਬਾਹਰਲੇ ਵਿਅਕਤੀ ਲਈ ਵਰਤਿਆ ਜਾਂਦਾ ਸੀ। ਦੇਖੋ ਕਿੰਨਾ ਵੱਡਾ ਫਰਕ ਸਾਹਮਣੇ ਆਇਆ। ਦੇਖੋ ਇੱਥੇ ਇਹਨਾਂ ਨੇ ਕਿਹਾ ਵਾ मध्य युग, इसी शब्द को मध्य युग में मानो किसी दूसरे गांव से आने वाले व्यक्ति या कोई भी अनजाना व्यक्ति जो उस समाज या संस्कृति का अंग ना हो विदेशी कहलाता था। यानी कि कहने दा भाव भी पुराने समय दे विच जिहड़ा विदेशी शब्द आ ਉਹ उस बंदे ਲਈ ਵਰਤ ਲੈਂਦੇ ਸੀ ਜਿਹੜਾ ਉਹਨਾਂ ਤੋਂ ਦੂਜੇ ਪਿੰਡ ਦਾ ਹੁੰਦਾ ਸੀ। ठीक है, पर ਇਹਨਾਂ ਨੇ ਅੱਗੇ ਕਿਹਾ ਵਾ हिंदी में परदेसी और फारसी में अजनबी शब्द ਜਿਹੜਾ ਪ੍ਰਯੋਗ ਕੀਤਾ ਜਾਂਦਾ ਸੀ। ਕਿਸੇ ਵੇਲੇ ਸਾਨੂੰ ਇਦਾਂ ਵੀ ਪੁੱਛ ਲੈਂਦੇ ਆ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਜਿਹੜਾ ਪਰਦੇਸੀ ਸ਼ਬਦ ਹੈ ਹਿੰਦੀ ਭਾਸ਼ਾ ਦਾ ਸ਼ਬਦ ਆ। ਠੀਕ ਆ, ਤੇ ਜਿਹੜਾ ਅਜਨਬੀ ਸ਼ਬਦ ਦਿੱਤਾ ਵਾ ਇਹ ਕਿਹੜੀ ਭਾਸ਼ਾ ਦਾ ਸ਼ਬਦ ਆ, ਇਹ ਫਾਰਸੀ ਭਾਸ਼ਾ ਦਾ ਸ਼ਬਦ ਆ। ਠੀਕ ਆ, ਇਹ ਕਿਹੜੀ ਭਾਸ਼ਾ ਦਾ ਸ਼ਬਦ ਆ, ਫਾਰਸੀ ਭਾਸ਼ਾ ਦਾ ਅਜਨਬੀ ਸ਼ਬਦ ਜਿਹੜਾ ਹੈਗਾ ਵਾ। ਠੀਕ ਆ, ਇਸ ਤੋਂ ਬਾਅਦ ਆਪਾਂ ਅੱਗੇ ਪੜ੍ਹਦੇ ਆ। ਅੱਗੇ ਇਹ ਕਹਿੰਦੇ ਆ इसलिए किसी नगरवासी के लिए वनवासी विदेशी होता था, किंतु एक ही गांव में रहने वाले दो किसान अलग अलग धार्मिक या जाति परंपराओं से जुड़े होने पर भी एक दूसरे के लिए विदेशी नहीं होते थे। मतलब कहने का भाव मान लो एक पिंड तो दूजा व्यक्ति किसी होर पिंड तो आया, ਉਹ ਵਿਦੇਸ਼ੀ ਹੋਊਗਾ। ਜਿਹੜਾ ਵਿਅਕਤੀ ਕਿਸੇ ਹੋਰ ਪਿੰਡ ਤੋਂ ਆਇਆ ਉਹ ਉਸ ਪਿੰਡ ਲਈ ਵਿਦੇਸ਼ੀ ਹੋਊਗਾ। ਪਰ ਇੱਕ ਪਿੰਡ ਦੇ ਵਿੱਚ ਰਹਿ ਰਹੇ ਦੋ ਬੰਦੇ, ਕੋਈ ਵੀ, ਜਾਂ ਦੋ ਕਿਸਾਨ ਜਾਂ ਦੋ ਬੰਦੇ, ਉਸ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ, ਠੀਕ ਆ, ਚਾਹੇ ਉਹਨਾਂ ਦੇ ਧਰਮ ਅਲੱਗ-ਅਲੱਗ ਹੋਣ, ਚਾਹੇ ਉਹਨਾਂ ਦੀ ਜਾਤੀ ਅਲੱਗ-ਅਲੱਗ ਹੋਵੇ, ਪਰ ਫਿਰ ਵੀ ਉਹਨਾਂ ਨੂੰ ਵਿਦੇਸ਼ੀ ਨਹੀਂ ਸੀ ਸਮਝਿਆ ਜਾਂਦਾ। ਠੀਕ ਆ, ਵਿਦੇਸ਼ੀ ਸ਼ਬਦ ਸਿਰਫ ਉਸੇ ਬੰਦੇ ਲਈ ਵਰਤਿਆ ਜਾਂਦਾ ਸੀ ਜਿਹੜਾ ਕਿ ਉਹਨਾਂ ਤੋਂ ਪਿੰਡ ਤੋਂ ਦੂਜੇ ਪਿੰਡ ਤੱਕ ਦਾ ਹੁੰਦਾ ਸੀ। ਕਲੀਅਰ ਹੋ ਗਈ ਇਹ ਗੱਲ ਇਹਨਾਂ ਨੇ ਕਹੀ ਆ। ਸੋ ਇਹ ਮੋਸਟ ਇੰਪੋਰਟੈਂਟ ਆ। ਅੱਜ ਤੁਹਾਨੂੰ ਲੱਗ ਰਿਹਾ ਨਾ ਕਿ ਇਹ ਪਤਾ ਨਹੀਂ ਕੀ ਆ, ਕਿੱਥੋਂ ਕੰਟੈਂਟ ਆ, ਤੁਹਾਨੂੰ ਇਹ ਸਾਰੀਆਂ ਚੀਜ਼ਾਂ ਨਵੀਆਂ ਤਾਂ ਲੱਗਣਗੀਆਂ ਕਿਉਂਕਿ ਤੁਸੀਂ ਇਹ ਵਾਲਾ ਕੰਟੈਂਟ ਅੱਜ ਤੱਕ ਕੀਤਾ ਹੀ ਨਹੀਂ। ਜਿਵੇਂ ਸਾਡੇ ਪੇਪਰਾਂ ਦੇ ਪੈਟਰਨ ਬਦਲ ਰਹੇ ਆ ਨਾ, ਉਵੇਂ ਤੁਸੀਂ ਆਪਣੇ ਪੜ੍ਹਨ ਦੇ ਤਰੀਕੇ ਬਦਲ ਦਿਓ। ਠੀਕ ਆ, ਆਹ ਚੀਜ਼ ਤੁਹਾਡੇ ਲਈ ਨਵੀਂ ਆ ਪਰ ਬਹੁਤ ਜ਼ਿਆਦਾ ਇੰਪੋਰਟੈਂਟ ਆ। ਠੀਕ ਆ, ਤੁਹਾਨੂੰ ਪੁੱਛਿਆ ਜਾ ਸਕਦਾ ਵਾ ਕਿ ਮੱਧਕਾਲ ਵਿੱਚ ਵਿਦੇਸ਼ੀ ਸ਼ਬਦ ਕਿਹੜੇ ਵਿਅਕਤੀ ਲਈ ਵਰਤਿਆ ਜਾਂਦਾ ਸੀ, ਤੇ ਜਦੋਂ ਤੁਹਾਡਾ ਕਨਸੈਪਟ ਹੀ ਕਲੀਅਰ ਹੋਊਗਾ ਇੰਜ ਫਟਾਫਟ ਆਨਸਰ ਲਾ ਕੇ ਆਓਗੇ ਤੁਸੀਂ। ਠੀਕ ਹੈ, ਅੱਗੇ ਦਾ ਇਸੇ ਹੀ ਪਾਠ ਦਾ ਅਗਲਾ ਭਾਗ ਹੈਗਾ ਵਾ ਇਤਿਹਾਸਕਾਰ ਔਰ ਉਨਕੇ स्रोत। अगला भाग आप करते हैं इतिहासकार और उनके स्रोत, क्योंकि आपां नाल दी नाल क्रिटिकल एनालिसिस भी करना वा। हुण तक आपां हिस्ट्री दे NCERT दे पहले चैप्टर दे आपां 2 ਤੋਂ 3 पेज कवर कर चुके हैं, ते उसे तरीके दे नाल अपनी पंजाब बोर्ड दी बुक दे पहला चैप्टर की हैगा वा भारत अते संसार कदों किथे अते किवें। इन्हां दा चैप्टर की सीगा, ਇਹਨਾਂ ਦਾ ਚੈਪਟਰ ਸੀਗਾ
ਇਹਨਾਂ ਦੇ ਚੈप्टर ਦਾ नाम सीगा की सीगा, हाँ ਇਹਨਾਂ ਦੇ चैप्टर ਦਾ नाम सी प्रारंभिक कथन 1000 वर्षों के दौरान हुए परिवर्तनों के पड़ताल। पर इत्थे इन्होंने की लिखिया भारत संसार कदों उत्थे किवें, आपां एक वारी पढ़ लैने आ। वेखो इत्थे इन्होंने ये दस्सिया वा, मतलब इत्थे सिर्फ इन्होंने उही जानकारी जिहड़ी कि आपां मतलब ऐ पढ़ के घसाई पई, जिहड़ी कि कॉमन जी हो चुकी हुण, बस इत्थे इन्होंने कुछ नहीं दस्सिया। वेखो इस डाटे दा जिहड़ा मैं पहले पार्ट च कराया, जिहड़ा इस पार्ट दे विच करवा रही, किन्ना जमीन आसमान दा फर्क देखो। इत्थे इन्होंने कहा वा कि वैदिक काल में जिहड़े आर्या लोग ही उन्होंने भारत नूं आर्यावर्त कहा। फिर इन्होंने कहा कि महाभारत दे विच जिहड़ा एक भरत राजा सी है ना, ਉਹਦੇ नाम तो भारत वर्ष कहन लग गए। फिर इन्होंने कहा ईरानियां ने हिंदू कहा, भी अपन पता हाँ भी पढ़ते आए आपां, ठीक है। जनानियां ने इंडस कहा, ठीक है। तो जिहड़े बाइबल विच भारत बारे होडू शब्द जिहड़ा वरतिया गया, ठीक है। इस तरीके दे नाल इन्होंने कुछ डाटा दिता वा पंजाब बोर्ड की बुक ते, जिहदे तो कि अज तक सानू कदी क्वेश्चन आया ही नहीं। देखो फिर इन्होंने कहा कि आम तौर ते कहा जाता है कि हरेक देश के इतिहास नूं 3 प्रमुख युगां विच वंडिया जांदा, प्राचीन, मध्यकाल अते आधुनिक युग विच वंडिया जांदा। जिवें इतिहास दे प्राचीन युग ते आधुनिक युग दे विचकारले समय नूं मध्यकालीन युग कहा जांदा। भारत विच 8वीं सदी तो लैके 18वीं सदी तक दे विचकारले समय नूं मध्यकालीन युग कहा जांदा। भारत विच 8वीं सदी नूं परिवर्तन दी सदी मन्निया जांदा, क्योंकि इस दौरान समाज, राजनीति, अर्थ व्यवस्था, सभ्याचार और धर्म विच बहुत सारिया तब्दीलियां हो रही। इस तरह 8वीं सदी के मध्य विच मुगल साम्राज्य के खेरू होने ते अंग्रेजों की शक्ति विच आउण दे मध्यकालीन युग का अंत कहा जाता, ठीक है। फिर इन्होंने कुछ दसिया वा प्रमुख इतिहासिक प्रवृत्तियां, जिद्दां मैं पाठ करवाया ना, जिद्दां इतिहासकार ते स्रोत, जिद्दां NCERT दे विच पाठ दिते, पाठ इन्होंने भी दिते आ। आपां पढ़दे आ, इन्होंने एक पाठ दिता वा प्रमुख इतिहासिक प्रवृत्तियां जां रुचियां, जिहड़ा कि आपां हुणे पहला इस तो पहला जिहड़ा मैं पढ़ाया सी, ठीक है। पुरानी अते नवीं शब्दावली जिहड़ा मैं तुहानूं हैडिंग कराया ना, ਉਹਦੇ ਨਾਲ मिलदा जुलदा हैडिंग इत्थे इन्हां ने की लिखिया वा प्रमुख इतिहासिक प्रवृत्तियां। आपां एक पढ़ लैने, इत्थे इन्हां ने की लिखिया वा इस समय दौरान मुसलमानां दे आउण नाल मिश्रित सभ्याचार दा जन्म होया। इस समय दौरान हिंदुओं ते मुसलमानों का एक दूजे ते काफी प्रभाव सी। इस समय दौरान बहुत सारिया भाषावां खास करके हिंदू अते उर्दू का विकास होया, जिहड़ियां कि असीं अज भी बोलदे हां, ठीक है, ठीक है। फिर ये कहंदे कि मध्यकालीन युग विच साडी बहुत सारी समाजिक रीति रिवाजां, रवायतां ते धार्मिक विश्वासां की उत्पत्ति हुई। कहण दा भाव है तुहानूं लग्गिया, मैं रीड कीता, तुसीं सुनिया, तुहानूं कुछ लग्गिया भी इहदे विच इन्हां ने कोई खास चीज दित्ती जिहड़ी कि अपने PSTET दे वजों काम आ सके? नहीं। वेखो इत्थे इस बुक ते इन्हां ने कोई नक्शियां बारे नहीं दस्सिया, कोई दस्सिया नहीं भी पहला नक्शा कदों होंद दे विच आया। मतलब कि साडी इस बुक दे मुकाबले NCERT दे विच किन्ना बरीकी दा डाटा ते किन्ना घैंट डाटा वा, मैनूं बयान करना भी औखा जिहड़ा मैं तुहानूं करवा रही हां, ठीक है। एनालिसिस मैं तुहानूं कर रही, पहले पार्ट दे विच मैं रीड आउट नहीं सी कीता, ते जिहड़े बच्चे पहली वीडियो ते आए होणगे उन्हां नूं लगदा होऊगा कि क्रिटिकल एनालिसिस लिखिया, पर कीता नहीं कीता, क्योंकि जे मैं कैमरा सीधा बुक तो करावां मैं तुहानूं ते वीडियो बड़ी लेंथी हो जाती, जिहदी वजह करके अपना डाटा ये ना होवे पेपर तक कवर ही ना होवे, ठीक है। ते अगे आपां पढ़दे हां। अगला इन्हां ने हैडिंग दित्ता वा इतिहासकार अते उन्हां दे स्रोत। एक बारी आपां रीड करदे हां। देखो इन्हां ने क्या, इतिहासकार किस युग का अध्ययन करते हैं और उनकी खोज की प्रकृति क्या है, इसे देखते हुए वे अलग अलग तरह के स्रोतों का सहारा लेते हैं, ठीक है ना। उदाहरण के लिए पिछले साल आपने गुप्त वंश के शासकों और हर्षवर्धन के बारे में पढ़ा है। इस पुस्तक में हम मोटे तौर पर 700 से 1750 ईस्वी का लगभग 1000 वर्ष के बारे में पढ़ेंगे। यानी कि असीं किहड़ा इतिहास पढ़ते पे हैं? मध्यकालीन इतिहास, मेडिवल हिस्ट्री असीं पढ़ते पे। 7वीं क्लास की किहड़ी आ? मेडिवल हिस्ट्री आ। 6वीं क्लास की हिस्ट्री किहड़ी आ? एशियन हिस्ट्री आ। 8वीं क्लास की हिस्ट्री किहड़ी आ? मॉडर्न हिस्ट्री आ। क्लीयर? असीं 7वीं क्लास की हिस्ट्री पढ़ रहे हैं। ये किहड़ी आ? मध्यकालीन हिस्ट्री। मध्यकालीन हिस्ट्री ते मध्यकालीन हिस्ट्री किन्ने टाइम तो किन्ने टाइम पीरियड तक है? 700 तो 1750 तक NCERT के अकॉर्डिंग ये समाकाल है। क्लियर? फिर देखो इन्होंने क्या, लगभग 1000 वर्ष के बारे में पढ़ेंगे, ठीक है। इस काल के अध्ययन के लिए इतिहासकार जिन स्रोतों का प्रयोग करते हैं उनमें आपको बहुत सी बातें ऐसी मिलेंगी जो पिछले युग से भी ऐसी ही चली आ रही हैं।
इतिहासकार इस काल में के बारे में सूचना इकट्ठी करने के लिए अभी सिक्कों, शिलालेखों, भवन निर्माण कला तथा लिखित सामग्री पर निर्भर करते हैं, पर कुछ बातें पहले से काफी भिन्न भी हैं। इस युग में प्रमाणिक लिखित सामग्री की संख्या और विविधता आश्चर्यजनक रूप से बढ़ गई। इसके आगे इतिहासकार सूचनाओं के दूसरे प्रकार के स्रोतों का इस्तेमाल धीरे धीरे कम करने लगे। इस समय के दौरान कागज सस्ता हो गया और बड़े पैमाने पर उपलब्ध भी होने लगा। देखो की कहने की कोशिश की आ, उन्होंने कहा कि पहले इतिहासकार, ठीक है, की क्या उन्होंने कहा कि पहले इतिहासकार सूचना इकट्ठी कर लई सिक्किਆਂ ਦਾ, शिलालेखां ਦਾ ਤੇ ਭਵਨ ਨਿਰਮਾਣ ਕਲਾ ਦੀ ਵਰਤੋਂ ਕਰਦੇ ਸੀ। ਇਹਨਾਂ ਤਿੰਨ ਚੀਜ਼ਾਂ ਦੀ ਪਹਿਲੇ ਇਤਿਹਾਸਕਾਰਾਂ ਦੀ ਜੇਕਰ ਆਪਾਂ ਗੱਲ ਕਰੀਏ, ਸਿੱਕਿਆਂ, शिलालेखां, ਭਵਨ ਨਿਰਮਾਣ ਕਲਾ ਦੀ ਵਰਤੋਂ ਜਿਹੜੀ ਉਹ ਕਰਦੇ ਸੀ, ਠੀਕ ਹੈ। ਪਰ ਜੇਕਰ ਗੱਲ ਕਰੀਏ, ਪਰ ਉਹਨਾਂ ਨੇ ਕਿਹਾ ਪਰ ਹੁਣ ਦੇ ਇਤਿਹਾਸਕਾਰ ਲਿਖਤ ਸਮੱਗਰੀ ਦੀ ਵਰਤੋਂ ਵਧੇਰੇ ਕਰਦੇ, ਕਿਉਂਕਿ ਹੁਣ ਲਿਖਤ ਸਮੱਗਰੀ ਕੀ ਹੈ ਸਾਡੇ ਕੋਲ ਅਵੇਲੇਬਲ ਆ। ਪਰ ਜੇਕਰ ਆਪਾਂ ਪਹਿਲਾਂ ਦੇ ਇਤਿਹਾਸਕਾਰਾਂ ਦੀ ਗੱਲ ਕਰੀਏ, ਉਸ ਸਮੇਂ ਉਹਨਾਂ ਕੋਲ ਲਿਖਤ ਸਮੱਗਰੀ ਜਿਹੜੀ ਆ ਅਵੇਲੇਬਲ ਨਹੀਂ ਸੀ ਹੈਗੀ, ਠੀਕ ਹੈ। ਫਿਰ ਇਹ ਅੱਗੇ ਕਹਿੰਦੇ ਆ, फिर कागज सस्ता हो गया ते आसानी नाल मिलन लगा, ठीक है। फिर कागज सस्ता हो गया ते आसानी नाल मिलन लगा, वे लिखिया ना, ते फिर कागज सस्ता हो गया और बड़े पैमाने पर उपलब्ध होने लगा। क्लीयर। इस तो बाद आपां प्रयोग वेखदे हां कि जिहड़े इतिहासकार ही किहड़ियां एक मिनट अगे पढ़ लेंदे आ। इन्हां ने कहा कि बड़े पैमाने पर उपलब्ध होने लगा। लोग धर्म ग्रंथ, शासकों के वृत्तांत, संतों के लेखन तथा उपदेश, अर्जियां, अदालतों के दस्तावेज, हिसाब तथा करों के खाते आदि लिखने में इसका उपयोग करने लगे। यानी कि किहड़ियां सानू ये पेपर दे विच आ जांदा, पूछा जा सकदा, बहुत इंपॉर्टेंट डाटा वा, ठीक है। किहड़े-किहड़े लोग किहड़ियां चीजां दे प्रयोग ज्यादा करदे इतिहास नूं लिखण लई? धर्म ग्रंथ हो गए, ठीक है, धर्म ग्रंथ हो गए, शासकां दा वृत्तांत हो गया, संतां दे लेख, उन्हां दे उपदेश पत्र हो गए जां अर्जियां कह सकदे आ, अदालती दस्तावेज हो गए, हिसाब किताब, खातेकार आदि, इन्हां सारियां चीजां दा प्रयोग करदे ही, ठीक है, प्रयोग करदे आ। पर जेकर ये हुण दी गल हो रही आ, पर जेकर तुहानूं पुछा जाए पुराने इतिहासकारां दी, ਉਹ सिर्फ सिक्के, शिलालेख ते भवन निर्माण कला दी ही वरतों करदे सी। ਇਹ NCERT ਦੇ ਪਹਿਲੇ ਚੈप्टर ਦੇ 7ਵੀं क्लास ਦੀ हिस्ट्री ਦੇ ਵਿੱਚ ਉਹਨਾਂ ने लिखिया आ, ठीक है। फिर ये कहते कि धनी व्यक्ति, शासक, जन, मठ तथा मंदिर पांडुलिपियां एकत्र किया करते थे। यानी कि जेडे धनी व्यक्ति, जेडे अमीर व्यक्ति सी, जां जेडे शासक हुंदे सी, राजे हुंदे सी, ठीक है, ਉਹ ਕਿੰਨੀਆਂ ਚੀਜ਼ਾਂ ਤੋਂ ਕੀ ਕਰਦੇ ਸੀ? ਜਿਹੜੇ ਜਨ ਹੁੰਦੇ ਸੀ, ਮੱਠ, ਮੰਦਰ, ਪਾਂਡੁਲਿਪੀਆਂ ਇਕੱਤਰ ਕਰਦੇ ਹੁੰਦੇ ਸੀ, ਠੀਕ ਹੈ। ਇਹਨਾਂ ਪਾਂਡੁਲਿਪੀਆਂ ਨੂੰ ਪੁਸਤਕਾਲਿਆਂ ਵਿੱਚ, ਅਭਿਲੇਖਾਕਾਰਾਂ ਵਿੱਚ ਰੱਖਦੇ ਸੀ। ਆਵੇ ਇੱਥੇ ਇਹਨਾਂ ਨੇ ਲਿਖਿਆ ਵਾ, ਇਹਨਾਂ ने क्या वा, इन पांडुलिपियों को पुस्तकालयों तथा अभिलेखाकारों में रखा जाता था। इन पांडुलिपियों तथा दस्तावेजों से इतिहासकारों को बहुत सारी विस्तृत जानकारी मिलती थी। यानी कि बड़े पैमाने से जानकारी मिलती सी, पर कहते मगर साथ ही इनका उपयोग कठिन होगा। लिखा कि इन्हां दी वरतों करनी बहुत ही औखी आ। मैं तुहानूं समझाउणी मैं तुहानूं किवें। इधर देखो, आपां रीड करदे हां। उन दिनों छापेखाने तो थे नहीं, यानी कि जेकर आप पुराने समय की गल करिए तो छापेखाने, प्रिंटिंग वगैरह तो हैगी नहीं सी, इसलिए लिपि या नकल नवीस हाथ से ही पांडुलिपियों को प्रतिकृत बनाते थे। अगर आप में कभी किसी मित्र के गृह कार्य की नकल उतारी हो तो आप जानते होंगे कि यह काम आसान नहीं है। फॉर एग्जाम्पल देखो, कहने का भाव है कि पांडुलिपियां की सी, कोई पुराना डाटा मिलिया है ना। हुण मान लो कि जिवें ਆਪਾਂ ਆਪਣੀ एग्जाम्पल है, जो आप स्कूलों के विच पढ़ते सी, जां जिवें हुण दे बच्चे, मान लो किसी बच्चे ने होमवर्क कंप्लीट नहीं किया, ਆਪਾਂ कहते ने तू फलाने बच्चे की कापी लाई, तू टिमकड़ बच्चे की कापी लियाई, है ना। जे आप किसी बच्चे की कापी ले आने, है ना, आप लै ते आंदी कापी, है ना, भी चल आप उहदे तो वेख के लिख लांगे घरे, है ना। ते पर जदों आपां घरे उस बच्चे की कापी लियाउने आ ते किसे वेले आपां नूं ओहदी राइटिंग समझ नहीं आउंदी, आपां नूं किन्नी परेशानी आउंदी है। एक लिखिया शब्द नूं ध्यान नाल वेखदे, हाय की लिखिया होऊगा, एन पाई होऊगी कि एम पाई होऊगी, आई पाई होऊगी कि जे पाई होऊगी, कुछ इस तरह दे नाल आपां नूं मुश्किल आउंदियां, ठीक है। ते कहण दा भाव है कि किसी एक चीज तो वेख के दूजी चीज लिखनी किन्नी औखी आ। ते इतिहासकारां ने यह काम किया, इसे ही करके इन्होंने कहा पांडुलिपियां का काम जिहड़ा वा बहुत ही औखा सी। अगे भी आपां पढ़ांगे,
ठीक है, मैं अगे होर एग्जाम्पल दिनी है तुहानू। ठीक है, इन्होंने क्या, कभी कभी आपको अपने मित्र की लिखावट समझ में नहीं आती होगी और आपको मजबूर होकर अंदाजा ही लगाना पड़ता होगा कि क्या लिखा गया है। इदा ही करते ना, आप अंदाजा जा ला लेंगे कि एम पाई होगी कि एन पाई होगी। ठीक है, फलस्वरूप आपके लिखे में मित्र के लिखे हुए से कुछ छोटे मोटे लेकिन महत्वपूर्ण अंतर आ जाते थे। पांडुलिपि की प्रतिलिपि बनाने में भी कुछ कुछ यही होता है। प्रतिलिपियां बनाते हुए लिपक छोटे मोटे फेर बदल करते चलते थे। कोई कोई शब्द, कहीं कोई वाक। समझ आई ना कहानी सारी? यही कहानी आ। हुण मान लो कि कोई शब्द इत्थे, मान लो अपनी क्लास का कोई भी है, जां मान लो मैं है ना स्कूल च पढ़दी हाँ, मेरी क्लास की कोई अमन है ना, ते मैं ओदी कापी लै आई, ओदी मैं कापी लै आई लिखण वास्ते, ते मैनू ओदी कापी ते कुछ शब्दां दी समझ नहीं आई भी उन्हें की लिखिया। पर मैं कीता, मैं तो अपना होमवर्क कंप्लीट करना सी, है ना। मैं की कीता, मैं अपनी समझ के आधार ते, अपनी अंडरस्टैंडिंग के आधार ते मैं अंदाजा ला लिया भी उन्हें वो की शब्द लिखिया होगा। ते सेम इसे तरह ही इतिहासकारां ने भी इदां ही कीता। उन्होंने जदों इतिहास लिखिया तो उन्होंने उस इतिहासकार तो अगे, एक इतिहासकार तो अगला इतिहासकार आया, उन्हें ओदे इतिहासकार नूं अगे मॉडिफाई करता, उस तो अगला इतिहासकार आया, उन्हें ओदे इतिहास नूं अगों मॉडिफाई कीता किदां। देखो, एक इतिहासकार नूं पुराने इतिहासकार दी हथ लिखदे दी कुछ समझ नहीं आई, उन्हें आपदा अंदाजा ला के उस शब्द नूं मॉडिफाई करता किसी होर तरीके दे नाल। इसे तरीके दे नाल शब्दां दे अर्थ जिहड़े ने बदलते गए ने, पांडुलिपियां दे विच लिखे अर्थ बदलते गए। यही कहने की सानू वो कोशिश कर रहे ने। ठीक है, देखो फिर ये कहंदे आ, सदी दर सदी प्रतिलिपियों की भी प्रतिलिपियां बनती रही और अंत एक ही मूल ग्रंथ की भिन्न भिन्न प्रतिलिपियां एक दूसरे से बहुत ही अलग हो गई। इससे बड़ी गंभीर समस्या उत्पन्न हो गई क्योंकि आज हमें लेखक की मूल पांडुलिपि शायद ही नहीं मिलती है। हमें बाद के लिपिकों द्वारा बनाई गई प्रतिलिपियों पर ही पूरी तरह निर्भर रहना पड़ता है। इसलिए इस बात का अंदाजा लगाने के लिए एक मूलत लेखक ने क्या लिखा है, इतिहासकारों को एक ही ग्रंथ की विभिन्न प्रतिलिपियों का अध्ययन करना पड़ता है। जानी कि कहण दा भाव भी ये कहंदे आ भी हुण जिहड़ा साडे कोल अवेलेबल डाटा जां एहो मान के चलीए, ਇਹੋ ਆਪਾਂ ਮੰਨ के ਚੱਲੀਏ, ਸਾਡੇ ਤੋਂ ਕਿੰਨਾ ਪੁਰਾਣਾ ਇਤਿਹਾਸ ਆ, ਕਿੰਨਾ ਪੁਰਾਣਾ ਇਤਿਹਾਸਕਾਰ ਆ, ਜੇ ਸਾਡੇ ਕੋਲ ਲਿਖਤ ਰੂਪ ਦੇ ਵਿੱਚ ਅਵੇਲੇਬਲ ਆ ਤੇ ਇਹ ਸਾਡੇ ਕੋਲ ਜਿਹੜੇ ਉਸੇ ਸਦੀ ਦੇ ਇਤਿਹਾਸਕਾਰ ਹੋਣਗੇ, 13ਵੀਂ ਸਦੀ ਦੇ ਇਤਿਹਾਸਕਾਰ, 14ਵੀਂ ਸਦੀ ਦੇ ਇਤਿਹਾਸਕਾਰ, ਇਹ ਉਹਨਾਂ ਦਾ ਲਿਖਿਆ ਡਾਟਾ ਥੋੜੀ ਆ। ਅੱਗੇ ਦੇ ਅੱਗੇ ਇਤਿਹਾਸਕਾਰ ਮੋਡੀਫਾਈ ਕਰਦੇ ਗਏ ਤੇ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਜੇ ਸਾਨੂੰ ਪੁਰਾਣੀਆਂ ਹੱਥ ਲਿਖਤਾਂ ਸਾਡੇ ਹੱਥ ਲੱਗਣੀਆਂ बहुत औखियां, अलोप हो चुकियां। इतिहासकार ही अगे जगे इतिहास नूं मॉडिफाई करके लिखी जाते हैं, जिहदी वजह करके सानू शब्दां दे विच बदलाव आउण नूं मिलदा वा। ठीक है, यही कहण दी इन्हां ने कोशिश कीती आ। अगले पैरे दे विच इह कहंदे आ, कई बार लेखक स्वयं भी समय समय पर अपने मूल वृत्तांत में संशोधन करते हैं। संशोधन यानी बदलाव करते हैं। ठीक है, 14वीं शताब्दी के इतिहासकार जियाउद्दीन बरनी ने अपना वृत्तांत पहली बार 1356 ईस्वी और दूसरी बार उसके 2 वर्ष बाद लिखा। वेरी वेरी इंपॉर्टेंट, वेरी वेरी इंपॉर्टेंट। ठीक है, इथों सानू क्वेश्चन बनने ने बहुत ही ज्यादा। क्या मेरी क्लास इन्नी कि ज्यादा इंपॉर्टेंट है ना कि आई कांट एक्सप्लेन शेयर कर दो ताकि सारे बच्चों का फायदा हो सके। इन्हों ने कहा कि पहली बारी बिरतांत फिर किन्ने लिखिया, पहली बारी बिरतांत। ठीक है, पहली बारी बिरतांत फिर किन्ने लिखिया, पहली बारी बिरतांत लिखिया सीगा जियाउद्दीन बरनी। ठीक है, जियाउद्दीन बरनी, हल्का जिहा चेंज हो सकता वा शब्दों के विच। ठीक है, कुछ ज्यादा नहीं होगा। जियाउद्दीन बरनी ने आपदा पहला बिरतांत लिखिया, किहड़े समय दे विच लिखिया, इन्हें लिखिया सीगा 14वीं सदी, किहड़ी सी 14वीं, ते इहदा टाइम पीरियड इन्हां ने दिता वा 1356 ईस्वी दे विच।
1356 ਈਸਵੀ ਦੇ ਵਿੱਚ ਜ਼ਿਆਉਦੀਨ ਬਰਨੀ ਨੇ ਆਪਣਾ ਪਹਿਲਾ ਬਿਰਤਾਂਤ ਲਿਖਿਆ ਸੀ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲਾਈਨ ਆ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲਾਈਨ ਆ। ਫਿਰ ਇਹਨਾਂ ਨੇ ਕਿਹਾ ਕਿ ਜਿਹੜਾ ਇਹਨੇ ਦੂਸਰਾ ਬਿਰਤਾਂਤ ਲਿਖਿਆ, ਦੂਸਰਾ ਬਿਰਤਾਂਤ ਜਿਹੜਾ ਇਹਨੇ ਲਿਖਿਆ, ਉਹ ਬਿਰਤਾਂਤ ਇਹਨੇ ਕਦੋਂ ਲਿਖਿਆ? ਇਸ ਦੇ 2 ਸਾਲ ਬਾਅਦ, ਇਸ ਦੇ 2 ਸਾਲ ਬਾਅਦ। ਇਹ ਡਾਟਾ ਤੁਸੀਂ ਨਾਲ ਦੀ ਨਾਲ ਲਿਖੀ ਜਾਓ, ਬਹੁਤ ਹੀ ਜ਼ਿਆਦਾ ਇੰਪੋर्टेंट है। ठीक है, फिर ये कहते दोनों में अंतर है, लेकिन 1971 यानी कि 1971 तक इतिहासकारों को पहली बार वाले वृत्तांत की जानकारी ही नहीं थी। यह पुस्तकालयों के विशाल संग्रह में कभी दबा पड़ा था। यानी कि इन्होंने कहने का मतलब ये भी इन्हां दे विच काफी अंतर ही। ठीक है, आह वाला बिरतांत जो 14वीं सदी में 1356 ईस्वी दे विच लिखिया गया तो दूजा 2 साल बाद लिखिया गया, पर इन्होंने कहा अंतर बहुत सी, दोवां दे विच अंतर बहुत सी। यानी कि की कहने की कोशिश की आ, इन्होंने कहा कि 1971 तक दे जिहड़े इतिहासकार ही, जिहड़े इतिहासकार ही ना, ਉਹਨਾਂ ਨੂੰ ਇਹਨਾਂ ਬਿਰਤਾਂਤ, ਇਹ ਜਿਹੜੇ ਦੋਵੇਂ ਬਿਰਤਾਂਤ ਆ, ਇਹ ਜਿਹੜੇ ਦੋਵੇਂ ਬਿਰਤਾਂਤ ਆ, ਇਹ ਦੋਵੇਂ ਬਿਰਤਾਂਤ ਦੀ ਕੋਈ ਜਾਣਕਾਰੀ ਨਹੀਂ ਸੀ, ਕੋਈ ਜਾਣਕਾਰੀ ਨਹੀਂ ਸੀ। ਜਾਂ ਇਹਨਾਂ ਨੇ ਅੰਦਾਜ਼ਾ ਲਾ ਕੇ ਬੁੱਕ ਦੇ ਵਿੱਚ ਕੀ ਲਿਖਿਆ ਵਾ ਵੀ ਇਹ ਜਿਹੜੇ ਬਿਰਤਾਂਤ ਸੀ ਉਹ ਸਾਦਾ ਕਈ ਸਦੀਆਂ ਦੱਬੇ ਪਏ, ਕਿਤੇ ਪਏ ਰਹੇ ਤੇ ਕਿਸੇ ਨੇ ਇਹਨਾਂ ਨੂੰ ਵੇਖਿਆ ਹੀ ਨਹੀਂ। ਠੀਕ ਹੈ, ਇਹ ਕਹਿਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ। ਠੀਕ ਹੈ, ਹਾਏ मतलब यार ਤੁਹਾਨੂੰ नहीं लग रहा कितना ਘੈਂਟ डाटा वा, ਜਿਹੜੀਆਂ ਗੱਲਾਂ ਅੱਜ तक नहीं ਅਸੀਂ ਕਿਤੇ ਪੜ੍ਹੀਆਂ ਤੇ ਉਹ ਚੀਜ਼ਾਂ ਸਾਨੂੰ NCERT ਤੋਂ ਪਤਾ ਲੱਗਣੀਆਂ। ਹਾਲਾਂਕਿ ਇਹ ਚੀਜ਼ਾਂ ਹਿੰਦੀ ਮੀਡੀਅਮ ਦੇ ਵਿੱਚ ਪੜ੍ਹਨੀਆਂ ਔਖੀਆਂ ਵਾ ਤੇ ਸਭ ਤੋਂ ਔਖਾ ਕੰਮ ਆ ਉਹਨਾਂ ਨੂੰ ਸਮਝ ਤੁਹਾਨੂੰ ਪੜ੍ਹ ਕੇ ਪੰਜਾਬੀ ਵਿੱਚ ਟ੍ਰਾਂਸਲੇਟ ਕਰਕੇ ਲਿਖਣਾ। ਠੀਕ ਆ, ਤੇ ਮੇਰੀ ਰਿਕੁਐਸਟ ਆ ਬਦਲੇ ਵਿੱਚ, ਇਹ ਮੈਂ ਸਿਰਫ ਤੁਹਾਡੇ ਲਈ ਕਰ ਰਹੀ ਆ, ਮੈਨੂੰ ਬਦਲੇ ਵਿੱਚ ਕੁਛ ਨਹੀਂ ਚਾਹੀਦਾ, ਸਬਸਕ੍ਰਾਈਬ ਚਾਹੀਦੇ ਆ ਵੱਧ ਤੋਂ ਵੱਧ। ਠੀਕ ਆ, ਲਾਈਕ ਕਰ ਦਿਓ ਤਾਂ ਕਿ ਸਾਰੇ ਬੱਚਿਆਂ ਦਾ, ਪੰਜਾਬ ਦੇ ਸਾਰੇ ਬੱਚਿਆਂ ਦਾ ਫਾਇਦਾ ਹੋ ਸਕੇ ਤੇ ਹਰ ਇੱਕ ਬੱਚੇ ਦੇ ਦਿਮਾਗ ਦੇ ਵਿੱਚ ਆਵੇ SST ਜਿੱਥੋਂ ਮਰਜ਼ੀ ਆ ਜੇ, ਮੈਂ ਪੇਪਰ ਕੱਢਣਾ ਵਾ PSTET ਦਾ, ਮੈਂ ਕੀ ਪੇਪਰ ਨਹੀਂ ਛੱਡਣਾ। ਜੇਕਰ ਤੁਸੀਂ ਮੇਰੇ ਚੈਨਲ ਤੇ ਆ ਗਏ, ਤੁਹਾਡੇ SST ਤੋਂ 40+ ਨੰਬਰ ਮੈਂ ਦਵਾਉਂਗੀ। ਹਾਂ, ਇੱਕ ਚੀਜ਼ ਮੈਂ ਤੁਹਾਨੂੰ ਹੋਰ, YouTube ਤੇ ਕਿੰਨੇ ਵੀ ਟੀਚਰ ਆ ਨਾ, ਕੋਈ ਵੀ, ਚਾਹੇ ਕੋਈ ਵੀ ਆ, ਉਹ ਸਟ੍ਰੈਸ ਲੈ ਕੇ ਕੰਮ ਨਹੀਂ ਕਰਦੇ, ਕੋਈ ਵੀ ਟੈਨਸ਼ਨ ਲੈ ਕੇ ਕੰਮ ਨਹੀਂ ਕਰਦੇ। ਉਹਨਾਂ ਨੂੰ ਇਹਦਾ ਜੇ ਲਾਈਵ ਕਲਾਸ ਵੀ ਚੱਲਦੀ ਹੈ, ਮੈਂ ਇੱਕ ਦੱਸਾਂ ਹਨਾ, ਜੇ ਲਾਈਵ ਕਲਾਸ ਵੀ ਚੱਲਦੀ, ਉਹ ਸੋਚ ਲੈਂਦੇ ਆ ਕਲਾਸ ਲਾਈਵ ਲੱਗ ਗਈ ਠੀਕ ਆ, ਜੇ ਨਹੀਂ ਲੱਗੀ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਕੋਈ ਗੱਲ ਨਹੀਂ, ਕੱਲ ਨੂੰ ਲਾ ਲਾਂਗੇ, 2 ਦਿਨ ਦਾ ਗੈਪ ਵੀ ਰਹਿ ਗਿਆ, ਕੋਈ ਗੱਲ ਨਹੀਂ। ਮਤਲਬ ਉਹਨਾਂ ਨੇ ਇਸ ਚੀਜ਼ ਨੂੰ ਇੰਨਾ ਕਹਿ ਲਓ ਵੀ ਸੀਰੀਅਸਲੀ ਨਹੀਂ ਲੈਣਾ, ਚਾਹੇ ਉਹ 2 ਦਿਨ ਨਾਲ ਕਲਾਸ ਲਾਉਣ। ਠੀਕ ਹੈ, ਪਰ ਮਤਲਬ ਮੈਨੂੰ ਇਹ ਹੁੰਦਾ ਵਾ ਇੱਕ ਦਿਨ ਵੀ ਜੇ ਕਿਤੇ ਮੈਨੂੰ ਕੋਈ ਐਮਰਜੈਂਸੀ ਪੈ ਜੇ, ਮੈਂ ਕਲਾਸ ਨਹੀਂ ਮਿਸ ਕਰਦੀ। ਠੀਕ ਹੈ, ਬਹੁਤ ਰੇਅਰ ਚਾਂਸ ਹੁਣ ਜੇ ਕਿਤੇ ਮੈਨੂੰ ਕੋਈ ਏਦਾਂ ਦੀ ਕੋਈ ਮੈਨੂੰ ਐਮਰਜੈਂਸੀ ਪੈ ਗਈ ਹੈ ਵੀ ਮੈਂ ਕਲਾਸ ਰਿਕਾਰਡ ਕਰਕੇ ਅਪਲੋਡ ਨਾ ਕਰਾਂ, ਮੈਂ ਕਰਦੀ ਹਾਂ ਡੇਲੀ। ਤੇ ਤੁਹਾਨੂੰ ਪਤਾ ਮੈਂ ਆਪਣੇ ਲਈ ਟੈਨਸ਼ਨ ਘੱਟ ਤੇ ਤੁਹਾਡੇ ਲਈ ਵੱਧ ਲੈ ਰਹੀ ਹਾਂ। ਮੇਰੇ ਨਾ ਦਿਨੇ ਰਾਤ ਪਤਾ ਮੇਰੇ ਦਿਮਾਗ 'ਚ ਇਹੋ ਚੱਲਦਾ ਰਹਿੰਦਾ ਵਾ ਕਿ ਹਾਏ ਜੇ ਪੇਪਰ ਜਨਵਰੀ ਦੇ ਲਾਸਟ ਤੇ ਆ ਗਿਆ, ਮੈਂ ਤਾਂ NCERT ਦੇ ਅਕੋਰਡਿੰਗ ਹਿਸਟਰੀ ਕਰਾਉਂਦੀ ਆ, ਹਾਏ ਡਾਟਾ ਮੈਂ ਕਵਰ ਕਰਾ ਦੂੰਗੀ, ਹਾਏ ਕਿਤੇ ਬੱਚੇ ਜਿਹੜੇ ਮੇਰੇ ਨਾਲ ਜੁੜੇ ਕਿਤੇ ਉਹਨਾਂ ਦਾ ਪੇਪਰ ਤਾਂ ਨਹੀਂ ਰਹਿ ਜਾਊਗਾ। ਫਿਰ ਮੈਂ ਕਦੇ ਸੋਚਣ ਲੱਗ ਜਾਂਦੀ ਆ ਹਾਏ ਜੇ ਪੇਪਰ ਮਾਰਚ ਤੱਕ ਆ ਜਾਏ ਤੇ ਮੈਂ ਸਾਰੀ ਹਿਸਟਰੀ NCERT ਦੇ ਅਕੋਰਡਿੰਗ ਜਿਹੜੀ ਆ ਮੈਂ ਕਵਰ ਕਰਵਾ ਦੇਣੀ ਹੈ ਹਨਾ। ਯਾਰ ਮਤਲਬ ਕਿ ਜਿਹੜਾ ਬੰਦਾ ਤੁਹਾਡੀ ਇੰਨੀ ਟੈਨਸ਼ਨ ਲੈ ਕੇ ਚੱਲ ਰਿਹਾ ਵਾ, ਤੁਸੀਂ ਸੋਚੋ ਵੀ ਤੁਹਾਡੇ ਮੈਂ SST ਦੇ ਵਿੱਚੋਂ 45+ ਨੰਬਰ ਨਾ ਦਵਾਉਂਗੀ, ਹਿਸਟਰੀ ਤਾਂ ਚੇਂਜ ਨਹੀਂ ਨਾ ਹੋਣੀ, ਹਿਸਟਰੀ ਤਾਂ ਉਹ ਲੈਣੀ ਆ। ਕਿਉਂਕਿ ਨਾਲ ਇਹ ਵੀ ਨਹੀਂ ਵੀ ਮੈਂ ਤੁਹਾਡਾ ਇਕੱਲਾ ਫੋਕਸ ਹਿਸਟਰੀ ਤੇ ਕਰਨ ਦਈ ਹਾਂ, ਮੈਂ ਨਾਲ ਤੁਹਾਨੂੰ ਪੰਜਾਬ ਬੋਰਡ ਦੀ ਬੁੱਕ ਤੋਂ ਵੀ ਐਨਾਲਿਸਿਸ ਕਰਵਾਉਣ ਦਈ ਹਾਂ, ਇਹਦੇ ਤੋਂ ਵੀ ਆਪਾਂ ਕਰਵਾਉਂਦੇ ਆ। ਠੀਕ ਹੈ, ਸੋ ਵੇਖੋ ਯਾਰ ਜਿਹੜਾ ਬੰਦਾ ਤੁਹਾਡੀ ਇੰਨੀ ਟੈਨਸ਼ਨ ਲੈ ਰਿਹਾ ਵਾ, ਬਦਲੇ ਵਿੱਚ ਮੈਨੂੰ ਤੁਹਾਡੇ ਕੋਲੋਂ ਕੀ ਚਾਹੀਦਾ ਵਾ? ਸਿਰਫ ਲਾਈਕ, ਤੁਹਾਡੀ ਸਪੋਰਟ। ਠੀਕ ਹੈ, ਤੇ ਅੱਗੇ ਆਪਣਾ ਇਸ ਤੋਂ ਅਗਲਾ ਪਾਰਟ ਹੈਗਾ ਵਾ ਨਵੇਂ ਸਮਾਜਿਕ ਔਰ ਰਾਜਨੀਤਿਕ ਸਮੂਹ। ਠੀਕ ਹੈ, ਅਗਲਾ ਆਪਣਾ ਹੈਗਾ ਵਾ ਨਵੇਂ ਸਮਾਜਿਕ ਅਤੇ ਸਮੂਹ। ਠੀਕ ਹੈ, ਇਹ ਨਾ ਚੈਪਟਰ ਦੇ ਵਿੱਚ ਅਲੱਗ-ਅਲੱਗ ਪਾਰਟ ਬਣੇ ਹੋਏ ਆ। ਹੁਣ ਤੱਕ ਅਸੀਂ 3 ਪਾਰਟ ਕਵਰ ਕਰ ਚੁੱਕੇ ਆ। ਠੀਕ ਹੈ, ਤੇ ਆਪਾਂ
ਇਤਿਹਾਸਕਾਰ ਅਤੇ ਸਰੋਤ, ਇਹ NCERT ਦੇ ਵਿੱਚ ਹੀ ਸਾਡੇ ਵਾਲਿਆਂ ਨੇ ਪਾਠ ਦਿੱਤਾ ਵਾ ਇਤਿਹਾਸਕ ਸਰੋਤ। ਇਹਨਾਂ ਨੇ ਕੱਲਾ ਆਪਾਂ ਪੜ੍ਹ ਲੈਨੇ, ਇਹਨਾਂ ਨੇ ਕੀ ਲਿਖਿਆ ਵਾ, ਇਹਨਾਂ ਨੇ ਲਿਖਿਆ ਵਾ ਭਾਰਤੀ ਮੱਧਕਾਲੀਨ ਯੁੱਗ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਤਿਹਾਸਕਾਰ ਪੁਰਾਤਨ ਸਾਹਿਤਕ ਸਮੱਗਰੀ ਤੇ ਨਿਰਭਰ ਕਰਦੇ ਹਨ। ਪੁਰਾਤਤਵ ਸਰੋਤਾਂ ਵਿੱਚ ਪ੍ਰਾਚੀਨ ਸਮਾਰਕ, ਮੰਦਿਰ, ਸ਼ਿਲਾਲੇਖ, ਸਿੱਕੇ, ਬਰਤਨ, ਸੰਦ, ਹਥਿਆਰ, ਗਹਿਣੇ ਅਤੇ ਚਿੱਤਰ ਆਦਿ ਸ਼ਾਮਿਲ ਹਨ। ਇਹ ਚੀਜ਼ਾਂ ਆਪਾਂ ਕੀਤੀ ਆ, ਸੇਮ ਹੀ ਆ, ਕੋਈ ਫਰਕ ਨਹੀਂ ਆ, ਠੀਕ ਆ। ਫਿਰ ਇਹ ਕਹਿੰਦੇ ਪ੍ਰਾਚੀਨ ਇਮਾਰਤਾਂ ਵਿੱਚ ਮੰਦਿਰ ਜਿਵੇਂ ਖੁਜਰਾਹੋ, ਭੁਵਨੇਸ਼ਵਰ, ਕੋਨਾਰਕ ਆਦਿ ਵਿਖੇ ਮੰਦਿਰ, ਮਸਜਿਦਾਂ ਜਿਵੇਂ ਜਾਮਾ ਮਸਜਿਦ, ਚਲੋ ਇਹਨਾਂ ਨੇ ਜੋ ਵੀ ਆਪਣੀਆਂ ਸਮਾਰਕ ਇਤਿਹਾਸਕਾਰ ਇਮਾਰਤਾਂ ਹੈਗੀਆਂ ਉਹ ਦਿੱਤੀਆਂ, ਠੀਕ ਹੈ। ਫਿਰ ਇਹਨਾਂ ਨੇ ਕਿਹਾ ਸ਼ਿਲਾਲੇਖ, ਸ਼ਿਲਾਲੇਖ ਤੋਂ ਸਾਨੂੰ ਮੁੱਢਲੇ ਮੱਧਕਾਲੀਨ ਯੁੱਗ ਦੀਆਂ ਮਹੱਤਵਪੂਰਨ ਘਟਨਾਵਾਂ, ਮਿਤੀਆਂ, ਸ਼ਾਸਕਾਂ ਦੇ ਵਿਅਕਤੀਗਤ ਗੁਣਾਂ, ਕਲਾ ਤੇ ਨਮੂਨਿਆਂ ਦੇ ਪ੍ਰਸ਼ਾਸਨਿਕ ਗਤੀਵਿਧੀਆਂ ਆਦਿ ਬਾਰੇ ਜਾਣਕਾਰੀ ਮਿਲਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਪ੍ਰਾਚੀਨ ਕਾਲ ਵਿੱਚ ਰਾਜੇ ਮਹਾਰਾਜੇ ਆਪਣੇ ਆਦੇਸ਼ ਕਾਂਸੇ ਦੇ ਪੱਤਰਾਂ, ਸ਼ਿਲਾਲੇਖਾਂ ਤੇ ਮੰਦਿਰਾਂ ਦੀਆਂ ਦੀਵਾਰਾਂ ਉੱਤੇ ਕਿਉਂ ਉਕਰਾਉਂਦੇ ਸਨ? ਤਾਂ ਕਿ ਉਹ ਆਪਣੇ ਆਪ ਦੇ ਰਾਜ ਪ੍ਰਬੰਧ ਬਾਰੇ ਲੋਕਾਂ ਨੂੰ ਉਹਨਾਂ ਦੀ ਪਰਜਾ ਦੇ ਨਾਲ ਜੋੜ ਸਕਣ, ਠੀਕ ਹੈ। ਸਿੱਕੇ, ਯਾਨੀ ਕਿ ਇਹਨਾਂ ਨੇ ਕੀ ਦਿੱਤਾ ਵਾ, ਮੈਂ ਤੁਹਾਨੂੰ ਸਮਝਾ ਦਿੰਨੀ ਆ। ਇਹਨਾਂ ਨੇ ਸ਼ਿਲਾਲੇਖਾਂ ਬਾਰੇ ਦੱਸਤਾ ਵਾ, ਫਿਰ ਇਹਨਾਂ ਨੇ ਸਿੱਕਿਆਂ ਬਾਰੇ ਦੱਸਤਾ ਵਾ, ਫਿਰ ਇਹਨਾਂ ਨੇ ਸਰੋਤਾਂ ਬਾਰੇ ਦੱਸਤਾ ਵਾ। ਯਾਨੀ ਕਿ ਹਾਂ ਠੀਕ ਆ, ਮਤਲਬ ਇੱਥੇ ਮੈਂ ਮਾੜਾ ਨਹੀਂ ਕਹੂੰਗੀ ਕਿਉਂਕਿ ਇਹਨਾਂ ਨੇ ਪ੍ਰੋਪਰ ਪਿਕਚਰ ਵੀ ਦਿੱਤੀਆਂ ਵਾ, ਠੀਕ ਹੈ। ਫਿਰ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਹੀ ਦਿੰਨੀ ਕਿਉਂਕਿ ਆਪਾਂ ਪੰਜਾਬ ਬੋਰਡ ਦੀ ਬੁੱਕ ਤੋਂ ਵੀ ਨਹੀਂ ਛੱਡਣਾ, ਠੀਕ ਹੈ। ਆਪਾਂ ਕੋਈ ਆਪਾਂ ਡਾਊਟ ਨਹੀਂ ਰੱਖ ਕੇ ਚੱਲਣਾ ਵੀ ਮੈਂ ਹਾਏ ਹੁਣ ਮੈਂ NCERT ਤੋਂ ਕਰ ਲਿਆ, ਹਾਏ ਕਿਤੇ ਮੇਰੀ ਦੂਜੀ ਹਿਸਟਰੀ ਨਾ ਰਹਿ ਜੇ। ਉਹ ਹਿਸਟਰੀ 2-3 ਤਰ੍ਹਾਂ ਦੀ ਨਹੀਂ ਆ, ਹਿਸਟਰੀ ਇੱਕ ਹੀ ਤਰ੍ਹਾਂ ਦੀ ਆ। ਤੇ ਜਿਹੜੇ ਤਰੀਕੇ ਦੇ ਨਾਲ ਮੈਂ ਕਰਵਾ ਰਹੀ ਉਸੇ ਤਰੀਕੇ ਦੇ ਨਾਲ ਕਰੋ, ਬੈਸਟ ਆ। ਕਿਸੇ ਵੀ ਹੋਰ ਚੈਨਲ ਤੇ ਜਾ ਕੇ ਹਿਸਟਰੀ ਕਰਨ ਦੀ ਲੋੜ ਨਹੀਂ ਪੈਣੀ, ਬਹੁਤ ਜ਼ਿਆਦਾ ਸਫੀਸ਼ੀਐਂਟ ਤੋਂ ਵੀ ਡਬਲ ਸਫੀਸ਼ੀਐਂਟ ਆ, ਠੀਕ ਆ। ਫਿਰ ਇਹ ਕਹਿੰਦੇ ਆ ਸਿੱਕੇ, ਸਿੱਕੇ ਮੱਧਕਾਲੀਨ ਯੁੱਗ ਦੀਆਂ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਤੇ ਪ੍ਰਸਿੱਧ ਸ਼ਖਸੀਅਤਾਂ ਬਾਰੇ ਜਾਣਕਾਰੀ ਦਿੰਦੇ ਹਨ। ਕੁਝ ਸਿੱਕੇ ਉਸ ਸਮੇਂ ਆਰਥਿਕ ਦਸ਼ਾ ਤੇ ਉਸ ਦੀ ਜਾਣਕਾਰੀ ਵੀ ਦਿੰਦੇ ਆ। ਫਿਰ ਇਹਨਾਂ ਨੇ ਦੇ ਤੇ ਸਾਹਿਤਕ ਸਰੋਤ, ਕਹਿੰਦੇ ਕਿ ਭਾਰਤੀ ਮੱਧਕਾਲੀਨ ਯੁੱਗ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਤਿਹਾਸਕਾਰ ਪੁਰਾਤਤਵ ਸਰੋਤਾਂ ਦੇ ਨਾਲ-ਨਾਲ ਸਾਹਿਤਕ ਸਰੋਤਾਂ ਤੇ ਵੀ ਨਿਰਭਰ ਕਰਦੇ ਹਨ ਕਿਉਂਕਿ ਇਸ ਯੁੱਗ ਵਿੱਚ ਕਾਗਜ਼ ਦੀ ਕੀਮਤ ਬਹੁਤ ਘਟ ਗਈ ਸੀ। ਇਸ ਸਮੇਂ ਕਾਗਜ਼ ਸਸਤਾ ਹੋਣ ਕਰਕੇ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਸੀ। ਕਰਵਾਈ ਨਾ ਇਹ ਚੀਜ਼ ਜਿਵੇਂ ਤੁਹਾਨੂੰ NCERT ਦੇ ਵਿੱਚ। ਸੋ ਮੈਂ ਤੁਹਾਨੂੰ ਕਿਹਾ ਵੀ ਜਿਹੜੀ ਹਿਸਟਰੀ ਆ ਉਹ ਕਦੀ ਚੇਂਜ ਨਹੀਂ ਹੁੰਦੀ, ਹਿਸਟਰੀ ਉਹੀ ਰਹਿਣੀ ਆ। ਪਰ ਕਹਿਣ ਦਾ ਭਾਵ ਇਹ ਆ NCERT ਦੀ ਹਿਸਟਰੀ ਤੇ ਪੰਜਾਬ ਬੋਰਡ ਦੀ ਹਿਸਟਰੀ ਦੇ ਵਿੱਚ ਫਰਕ ਇਹ ਆ ਵੀ ਇੱਥੇ ਸਾਨੂੰ ਚੀਜ਼ਾਂ ਜ਼ਿਆਦਾ ਬਰੀਕੀ ਦੇ ਨਾਲ ਮਿਲਦੀਆਂ ਵਾ, ਜਦ ਕਿ ਪੰਜਾਬ ਬੋਰਡ ਦੀ ਬੁੱਕ ਤੇ ਸਾਨੂੰ ਚੀਜ਼ਾਂ ਜ਼ਿਆਦੀਆਂ ਬਰੀਕੀ ਦੇ ਵਿੱਚ ਨਹੀਂ ਮਿਲਦੀਆਂ, ਠੀਕ ਹੈ। ਇਹੀ ਚੀਜ਼ ਕਹੀ ਹੈ, ਇਹ ਚੀਜ਼ ਮੈਂ ਪਹਿਲਾਂ ਵੀ ਕਰਵਾਤੀ NCERT ਦੇ, ਕਾਗਜ਼ ਸਸਤਾ ਹੋ ਗਿਆ, ਸੌਖੇ ਤਰੀਕੇ ਦੇ ਨਾਲ ਮਿਲਣ ਲੱਗ ਗਿਆ, ਠੀਕ ਹੈ। ਫਿਰ ਕਹਿੰਦੇ ਇਸ ਕਰਕੇ ਲੋਕ ਧਾਰਮਿਕ ਗ੍ਰੰਥ, ਸ਼ਾਸਕਾਂ ਦੇ ਬਿਰਤਾਂਤ, ਸਰਕਾਰੀ ਦਸਤਾਵੇਜ਼ ਲਿਖਣ ਲਈ ਕਾਗਜ਼ ਦੀ ਵਰਤੋਂ ਕਰਦੇ ਸਨ। ਸੇਮ ਹੀ ਚੀਜ਼ ਮੈਂ ਕਰਵਾਈ ਸੀ, ਠੀਕ ਹੈ। ਫਿਰ ਇਹ ਕਹਿੰਦੇ ਕਿ ਕੀ ਤੁਸੀਂ ਜਾਣਦੇ ਹੋ ਕਿ ਮੱਧਕਾਲੀਨ ਯੁੱਗ ਵਿੱਚ ਸਾਹਿਤਕ ਸਰੋਤ ਕਿਉਂ ਹੋਂਦ ਵਿੱਚ ਆਏ ਸੀ? ਸਾਹਿਤਕ ਸਰੋਤ ਕਿਉਂਕਿ ਇਹਨਾਂ ਤੋਂ ਹੀ ਅੱਗੇ ਦੇ ਅੱਗੇ ਇਤਿਹਾਸ ਜਿਹੜੇ ਲਿਖਦੇ ਗਏ, ਠੀਕ ਹੈ। ਫਿਰ ਇਹਨਾਂ ਨੇ ਕਿਹਾ ਵਾ ਸਾਹਿਤਕ ਸਰੋਤਾਂ ਵਿੱਚ ਸਵੈ ਜੀਵਨੀਆਂ, ਰਾਜਿਆਂ ਤੇ ਰਾਜਵੰਸ਼ਾਂ ਦੇ ਬਿਰਤਾਂਤ, ਦਸਤਾਵੇਜ਼, ਧਾਰਮਿਕ ਪੁਸਤਕਾਂ ਆਦਿ ਸ਼ਾਮਿਲ ਹਨ। ਇਹ ਵੀ ਮੈਂ ਤੁਹਾਨੂੰ ਕਰਵਾਤਾ। ਇਹਨਾਂ ਤੋਂ ਸਾਨੂੰ ਮੱਧਕਾਲੀਨ ਯੁੱਗ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਸਾਨੂੰ ਮੱਧਕਾਲੀਨ ਯੁੱਗ ਬਾਰੇ ਜਾਣਕਾਰੀ ਦਿੰਦੀਆਂ ਹਨ। ਭਿੰਨ ਲੇਖਕਾਂ ਦੇ ਬਿਰਤਾਂਤ ਸਾਨੂੰ ਸ਼ਾਸਕਾਂ ਅਤੇ ਵੰਸ਼ਾਂ ਦੇ ਜੀਵਨ ਅਤੇ ਰੁਝੇਵਿਆਂ ਬਾਰੇ ਜਾਣਕਾਰੀ ਦਿੰਦੇ ਆ। ਦਸਤਾਵੇਜ਼ ਵੱਖ-ਵੱਖ ਸ਼ਾਸਕਾਂ ਦੇ ਵਿਚਕਾਰ ਹੋਈਆਂ ਆਪਸੀ ਸੰਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਮਹੱਤਵਪੂਰਨ ਇਤਿਹਾਸਕ ਸਰੋਤ ਹਨ। ਹੁਣ ਫਰਕ ਕੀ ਲੱਗਿਆ? ਇਹਨਾਂ ਨੇ ਇਹੋ ਦੇਤਾ ਵੀ ਜਿਹੜੇ ਬਿਰਤਾਂਤ ਆ, ਜਿਹੜੇ ਸ਼ਾਸਕਾਂ ਦੇ ਬਿਰਤਾਂਤ ਅਲੱਗ-ਅਲੱਗ ਲੇਖਾਕਾਰਾਂ ਦੇ, ਉਹ ਵੀ ਹੈਲਪ ਕਰਦੇ ਆ। ਪਰ ਇਹਨਾਂ ਨੇ ਇਹ ਨਹੀਂ ਇੱਥੇ ਦੱਸਿਆ ਵੀ ਪਹਿਲਾ ਬਿਰਤਾਂਤ ਕਿਹੜਾ ਸੀ, ਪਹਿਲਾ ਬਿਰਤਾਂਤ ਲਿਖਿਆ ਕਿੰਨੇ। ਇਹ ਸਾਰੀ ਜਾਣਕਾਰੀ ਸਾਨੂੰ ਕਿੱਥੋਂ ਮਿਲੀ? NCERT ਚੋਂ। ਤੇ ਤੁਸੀਂ ਸੋਚੋ ਵੀ ਏਦਾਂ ਦੀ ਕਲਾਸ ਮੇਰੀ ਕਲਾਸ ਤੋਂ ਬਿਨਾ YouTube ਤੇ ਤੁਹਾਨੂੰ ਕਿਤੇ ਮਿਲਦੀ ਹੈ? ਮੇਰਾ ਚੈਲੰਜ ਆ, ਮੇਰਾ ਬਿਗ ਚੈਲੰਜ ਆ। ਜੇ ਮੈਂ ਇਕੱਲੇ ਪੰਜਾਬ ਦੀ ਗੱਲ ਕਰਾਂ, ਪੰਜਾਬ ਤੋਂ ਬਾਹਰ ਦੀ ਕਿਸੇ ਅਕੈਡਮੀ ਦੀ, ਕਿਸੇ ਚੈਨਲ ਦੀ ਮੈਂ ਗੱਲ ਨਹੀਂ ਕਰਦੀ, ਮੈਂ ਇਕੱਲੇ ਪੰਜਾਬ ਦੀ ਗੱਲ ਕਰਦੀ ਆ। ਜੇ ਤੁਹਾਨੂੰ ਮੇਰੇ ਕਰਵਾਏ ਹੋਏ ਵਾਂਗ ਜੇ ਕੋਈ ਵੀ ਤੁਹਾਨੂੰ ਚੈਨਲ ਏਦਾਂ ਮਿਲਦਾ ਵਾ ਕ੍ਰਿਟੀਕਲ ਐਨਾਲਿਸਿਸ ਕਰਕੇ ਕਰਵਾਉਣ ਵਾਲਾ, ਤੇ ਮੇਰਾ ਬਿਗ ਚੈਲੰਜ ਆ, ਕਮੈਂਟ ਕਰਕੇ ਦੱਸਿਓ, ਠੀਕ ਹੈ। ਸ਼ੁਰੂਆਤ ਆ। ਜਿਹੜੇ ਨਵੇਂ ਬੱਚੇ ਆਉਂਦੇ ਆ ਉਹਨਾਂ ਨੂੰ ਲੱਗਦਾ ਹੋਊਗਾ ਸਬਸਕ੍ਰਾਈਬਰ ਵੇਖ ਕੇ ਜਾਂ ਕੁਛ ਵੀ ਆ, ਨਵਾਂ ਚੈਨਲ ਆ, ਸਿਰਫ 2 ਮਹੀਨੇ ਚੈਨਲ ਬਣਾਏ ਨੂੰ ਅਜੇ ਹੋਏ, ਸਿਰਫ 2 ਮਹੀਨੇ, ਠੀਕ ਹੈ। ਅਕਤੂਬਰ ਦੇ ਸਟਾਰਟਿੰਗ ਤੇ ਮੈਂ ਬਣਾਇਆ ਸੀ ਤੇ ਦਸੰਬਰ ਅਜੇ ਕਿੰਨਾ ਗਿਆ ਤੁਹਾਨੂੰ ਪਤਾ ਹੀ ਆ, ਠੀਕ ਹੈ। ਤੇ ਬਸ ਮਤਲਬ ਮੈਂ ਪਹਿਲਾਂ ਵੀ ਕਿਹਾ ਵੀ ਮੈਂ ਗਰੰਟੀ ਲੈਣੀ ਆ ਤੁਹਾਡਾ ਪੇਪਰ SST ਦਾ, PSTET ਦਾ
40 ਤੋਂ 45 ਨੰਬਰ ਮੈਂ ਤੁਹਾਨੂੰ ਦਵਾਉਂਗੀ। ਤੇ ਜੇ ਆਪਾਂ ਨੂੰ 2 ਕੁ ਮਹੀਨੇ ਤੱਕ ਦਾ ਟਾਈਮ ਮਿਲ ਗਿਆ ਪੀਐਸ ਟੈਟ ਲਈ ਤੇ ਤੁਹਾਡੀ ਹਿਸਟਰੀ, ਤੁਹਾਡੀ ਪੋਲੀਟੀਕਲ ਜਿਓਗ੍ਰਾਫੀ ਵਾਲੇ ਆਪਾਂ ਫੱਟੇ ਚੱਕ ਦੇਣੇ ਆ। ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਕਿਸੇ ਅਕੈਡਮੀ ਨੂੰ, ਕਿਸੇ ਕਿਤੇ ਵੀ ਇੰਸਟੀਚਿਊਟ ਚੋਂ ਕਿਤੇ ਵੀ ਐਸਐਸਟੀ ਦੇ ਸੰਬੰਧ ਵਿੱਚ ਫੀਸ ਦੇਣ ਦੀ ਲੋੜ ਨਹੀਂ। ਮੇਰੇ ਚੈਨਲ ਤੇ ਆ ਜਾਓ, ਆਪਾਂ ਕਮਾਲਾਂ ਕਰ ਦੇਣੀਆਂ ਐਸਐਸਟੀ ਦੀਆਂ, ਠੀਕ ਹੈ। ਤੇ ਮਿਲਦੇ ਆਪਾਂ ਅਗਲੇ ਪਾਰਟ ਦੇ ਵਿੱਚ, ਕਿਉਂਕਿ ਕੱਲੀ ਚੀਜ਼ ਇਸ ਚੈਪਟਰ ਦੀ ਸਮਝਣ ਵਾਲੀ ਆ ਬਹੁਤ ਹੀ ਬਰੀਕੀ ਦੇ ਨਾਲ। ਤੇ ਇਹ ਨਹੀਂ ਵੀ ਮੈਂ ਦਵਾ ਦਵਾ ਹਫਲ ਦਫਲ ਕਰਕੇ ਕਰਵਾ ਦਾਂ। ਧਿਆਨ ਨਾਲ ਕਰਾਂਗੇ, ਜਿੰਨਾ ਕਰਾਂਗੇ ਉਹਨਾਂ ਦਾ ਦਿਮਾਗ ਦੇ ਵਿੱਚ ਪਊਗਾ ਨਾ। ਮਿਲਦੇ ਆਪਾਂ ਅਗਲੇ ਪਾਰਟ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।